एक सिद्धांत, वो है आकर्षण। आकर्षण का सिद्धांत ही रहस्य है। वो सब चीजें जो आपकी जिंदगी में आ रही हैं, उसे आप आकर्षित कर रहे हैं। सत श्री अकाल प्यारे विद्यार्थियों, LDD TV ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਮੈਂ ਪ੍ਰੋਫੈਸਰ ਜਸਵੀਰ ਸਿੰਘ। ਆਪਾਂ ਅਕਸਰ ਵਿਦਿਆਰਥੀਆਂ ਨੂੰ ਵੇਖਿਆ ਆ ਕਿ ਤੁਹਾਡੇ ਜ਼ਿਹਨ ਦੇ ਵਿੱਚ ਅਸੀਂ ਪੜ੍ਹੀਏ ਕਿਵੇਂ, ਯਾਦ ਕਿਵੇਂ ਕਰੀਏ ਜਾਂ ਯਾਦ ਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹ ਤੁਸੀਂ ਪੁੱਛਦੇ ਰਹਿੰਦੇ ਹੋ। ਆਪਾਂ ਅੱਜ ਇਸੇ ਟੌਪਿਕ ਨੂੰ ਲੈ ਕੇ ਕੁਝ ਚਰਚਾ ਕਰਨੀ ਆ, ਕੁਝ ਗੱਲਾਂ ਕਰਨੀਆਂ ਨੇ ਤਾਂ ਕਿ ਤੁਹਾਨੂੰ ਯਾਦ ਵੀ ਹੋ ਸਕੇ, ਤੁਹਾਨੂੰ पढ़न के तरीके भी दसे जा सकन ते तुसीं अपना लाइफ स्टाइल जिहड़ा आ वो चेंज भी कर सको। आपका जन्म सिर्फ इसलिए हुआ है कि आप दुनिया के लिए कुछ कर सकें और खुद को साबित कर सकें। हर वो अनुभव जो आपको हुआ और आपकी जिंदगी का हर लम्हा आपको इसी पल के लिए तैयार कर रहा था। यही वक्त है आप जान लें कि आप ही अपने भाग्य के विधाता हैं। जरा सोचिए, इस रहस्य को जान लेने के बाद आप क्या नहीं कर सकते। सोचिए अब आप क्या करना चाहेंगे, इस सुनहरे मौके का फायदा कैसे उठाएंगे। आपका नृत्य कोई और नहीं कर सकता, आपका गीत कोई और नहीं गा सकता, आपकी कहानी कोई और नहीं लिख सकता। आप कौन है, क्या करेंगे, इसका फैसला अभी करना होगा। ਤੁਸੀਂ ਦੇਖਿਆ ਹੀ ਆ ਹੁਣੀ ਇੱਕ ਛੋਟਾ ਜਿਹਾ ਕਲਿੱਪ। ਸਭ ਕੁਝ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਕਿਵੇਂ ਉਹਨੂੰ ਆਪਣੇ ਆਪ ਤੇ ਲਾਗੂ ਕਰਨਾ ਚਾਹੁੰਦੇ ਹੋ। ਆਮ ਤੌਰ ਤੇ ਕਿਹਾ ਜਾਂਦਾ ਕਿ ਅਟਰੈਕਸ਼ਨ ਦਾ ਜਿਹੜਾ ਇੱਕ ਸਿਧਾਂਤ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਕੰਮ ਕਰਦਾ ਆ। ਤਾਂ ਆਪਾਂ ਇਹ ਵੀ ਜਾਣਦੇ ਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀਗੇ, ਜਾਂ ਤੂੰ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ। ਤੇ ਜੇਕਰ ਕਿਸੇ ਮਕਸਦ ਨੂੰ ਪਾਉਣਾ ਆ ਤਾਂ ਫਿਰ ਸਿੱਧਾ ਜਿਹਾ ਹਿਸਾਬ ਆ, ਸਮਰਪਣ ਤਾਂ ਹੋਣਾ ਪਊਗਾ, ਡੈਡੀਕੇਸ਼ਨ ਤਾਂ ਆਪਾਂ ਨੂੰ ਦਿਖਾਉਣੀ ਪਊਗੀ। ਡੈਡੀਕੇਸ਼ਨ ਦੇ ਨਾਲ ਨਾਲ ਜੋ ਲਗਨ ਆ, ਜੋ ਇੱਕ ਇੱਛਾ ਆ, ਉਹ ਇੱਛਾ ਸਾਨੂੰ ਜ਼ਾਹਰ ਵੀ ਕਰਨੀ ਪਊਗੀ। ਤਾਂ ਸੌਖੀਆਂ ਜਿਹੀਆਂ ਗੱਲਾਂ ਨੇ ਕਿ ਤੁਹਾਨੂੰ ਆਪਣੇ ਰਾਹ ਆਪ ਬਣਾਉਣੇ ਪੈਣੇ ਆ। ਸੁਣਿਓ ਜਰਾ ਸੁਰਜੀਤ ਪਾਤਰ ਜੀ ਕੀ ਕਹਿੰਦੇ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੱਕ ਕਾਫਲੇ ਆਉਂਦੇ, ਮੇਰੇ ਪਿੱਛੇ ਗਵਾਹ ਹੁੰਦੇ। ਹਾਂਜੀ, ਤੇ ਇਹ ਗੱਲ ਤਾਂ ਕਲੀਅਰ ਹੈ ਕਿ ਸਾਨੂੰ ਜਦੋਂ ਆਪਣੇ ਰਾਹ ਬਣਾਉਣੇ ਪੈਣਗੇ ਤਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਪਊਗਾ, ਕੁਝ ਨੁਕਤਿਆਂ ਨੂੰ ਆਪਾਂ ਜ਼ਿਹਨ ਦੇ ਵਿੱਚ ਵਸਾਉਣਾ ਤੇ ਉਸ ਤੋਂ ਬਾਅਦ ਆਪਣੀ ਜੋ ਹਾਲਾਤ ਨੇ, ਜੋ ਆਪਣੀ ਸਿਚੁਏਸ਼ਨ ਆ ਤੇ ਜੋ ਆਪਾਂ ਕਰਨਾ ਚਾਹੁੰਦੇ ਆ ਉਹਨਾਂ ਵੱਲ ਧਿਆਨ ਦੇਣਾ। ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਜਦੋਂ ਪੜ੍ਹਨ ਲੱਗਦੇ ਹੋ, ਇੱਕ ਸਟੂਡੈਂਟ ਹੋ, ਤਾਂ ਆਪਣੀ ਅਸਲ ਜ਼ਿੰਦਗੀ ਵੱਲ ਝਾਤ ਜ਼ਰੂਰ ਮਾਰੋ। ਕਿਹੋ ਜਿਹੇ ਹਾਲਾਤ ਦੇ ਵਿੱਚੋਂ ਲੰਘ ਰਹੇ ਆ, ਕਿਹੋ ਜਿਹਾ ਇਨਵਾਇਰਮੈਂਟ ਸਾਡੇ ਇਰਦ ਗਿਰਦ ਹੈਗਾ ਆ। ਠੀਕ ਹੈ ਜੀ, ਆਸੇ-ਪਾਸੇ ਦੇ ਵਾਤਾਵਰਣ ਨੂੰ, ਆਸੇ-ਪਾਸੇ ਦੇ ਮਾਹੌਲ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੋ। ਜੇਕਰ ਉਹ ਸਟੇਬਲ ਆ ਤਾਂ ਤੁਸੀਂ ਆਪਣੇ ਮਕਸਦ ਵੱਲ ਨੂੰ ਤੁਰ ਸਕਦੇ ਹੋ। ਅਗਲੀ ਗੱਲ ਕਿ ਆਪਣੇ ਸੁਪਨਿਆਂ ਨੂੰ, ਆਪਣੇ ਖੁਆਬਾਂ ਨੂੰ ਜ਼ਰੂਰ ਨੱਥੀ ਕਰੋ ਨਾਲ। ਜੋ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਉਸ ਵਾਸਤੇ ਤੁਹਾਨੂੰ ਇਹੋ ਜਿਹੇ ਸੁਪਨੇ ਆਉਣੇ ਚਾਹੀਦੇ ਜਿਹੋ ਜਿਹੇ ਤੁਸੀਂ ਬਣਨਾ ਚਾਹੁੰਦੇ ਹੋ, ਜੋ ਤੁਹਾਡਾ ਮਕਸਦ ਆ। ਤਾਂ ਹੀ ਤੁਸੀਂ ਆਪਣੇ ਜੋ ਭਵਿੱਖ ਬਣਾਉਣ ਬਾਰੇ ਸੋਚਿਆ ਹੋਇਆ ਆ ਉਹਦੇ ਵੱਲ ਵੱਧ ਸਕੋਗੇ, ਕਿਉਂਕਿ ਸੁਪਨੇ ਸਾਨੂੰ ਮੋਟੀਵੇਟ ਕਰਦੇ ਨੇ। इसी तरह ही अपना एक निशाना जरूर मिथो। आपको अपने विचारों पर सचेत रहना चाहिए, विचारों को ध्यान से चुनना चाहिए और इसमें आनंद लेना चाहिए, क्योंकि आप ही अपनी जिंदगी की बेहतरीन रचना है। आप ही अपनी जिंदगी के मूर्तिकार हैं। वो जिसकी मूर्ति आप बना रहे हैं वो आप हैं, और ये सब आपके विचारों से होता है। जे तुसीं मास्टर केडर कर रहे हो तो ਉਹਦੇ ਵੱਲ ਧਿਆਨ ਦਿਓ, ਜੇ UGC ਨੈਟ ਕਰ ਰਹੇ ਹੋ ਤਾਂ ਡਾਇਰੈਕਟ ਉਹਦੇ ਵੱਲ ਧਿਆਨ ਦਿਓ। ਅਗਲੀ ਗੱਲ, ਰਾਹ ਦੀਆਂ ਰੁਕਾਵਟਾਂ ਦਾ ਮੁਆਇਨਾ ਕਰੋ। ਹੁਣ ਉਹ ਨਿਸ਼ਚਿਤ ਕਰ ਲਓ ਕਿ ਕਿਹੜੀ ਕਿਹੜੀ ਮੁਸ਼ਕਲ ਤੁਹਾਨੂੰ ਆ ਸਕਦੀ ਆ। ਦੇਖੋ, ਸੰਭਾਵਨਾਵਾਂ ਵੇਖਾਂਗੇ, ਰੱਖਾਂਗੇ ਤਾਂ ਅਸੀਂ 50% ਆਪਣੀਆਂ ਸਮੱਸਿਆਵਾਂ ਨੂੰ ਪਹਿਲਾਂ ਹੀ ਹੱਲ ਕਰਨ ਦੇ ਲਈ ਆਪਣਾ ਮਨ ਬਣਾ ਲੈਂਦੇ ਆ। ਮਨਨ ਕਰਨਾ ਬਹੁਤ ਜ਼ਰੂਰੀ ਆ। ਠੀਕ ਹੈ ਜੀ, ਤੇ ਇਸੇ ਤਰ੍ਹਾਂ ਹੀ ਸਹਿਯੋਗ ਦੇ ਸਕਣ ਵਾਲਿਆਂ ਦੀ ਸੂਚੀ ਵੀ ਬਣਾਓ, ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਕਿਹੜੇ ਕਿਹੜੇ ਬੰਦੇ ਮੇਰਾ ਸਾਥ ਦੇ ਸਕਦੇ ਨੇ, ਕਿਹੜੇ ਕਿਹੜੇ ਮੇਰੀਆਂ ਮੁਸ਼ਕਲਾਂ ਦੇ ਵਿੱਚ ਨਾਲ ਖੜ ਸਕਦੇ ਨੇ, ਤਾਂ ਤੁਸੀਂ ਥੋੜ੍ਹੇ ਜਿਹੇ ਸੌਖੇ ਹੋ ਜਾਓਗੇ। ਇਕੱਲਾ ਬੰਦਾ ਜਿੰਨੇ ਮਰਜ਼ੀ ਮੋਰਚੇ ਸਾਂਭੀ ਜਾਵੇ,
ਫਿਰ ਵੀ ਰੁਕਾਵਟਾਂ ਬਹੁਤ ਆਉਂਦੀਆਂ ਨੇ। ਇਸੇ ਤਰ੍ਹਾਂ ਹੀ ਆਪਣੇ ਨਿਸ਼ਾਨੇ ਨੂੰ ਜਿਉਣਾ ਸ਼ੁਰੂ ਕਰ ਦਿਓ। ਜਿਉਣਾ ਸ਼ੁਰੂ ਕਰਨ ਦਾ ਕੀ ਮਤਲਬ ਆ ਕਿ ਤੁਸੀਂ ਜੋ ਉਦੇਸ਼ ਰੱਖ ਲਿਆ, ਮੰਨ ਲਓ ਕਿ ਤੁਸੀਂ ਟੀਚਰ ਬਣਨਾ ਆ, ਤਾਂ ਤੁਸੀਂ ਟੀਚਰ ਵਾਲੇ ਐਟੀਟਿਊਡ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿਓ। ਕਿਉਂਕਿ ਇੱਕ ਅਮਰੀਕਨ ਮੋਟੀਵੇਸ਼ਨ ਜੋ ਸਪੀਕਰ ਆ, ਉਹਨੇ ਕਿਹਾ ਕਿ ਐਟੀਟਿਊਡ ਇਜ਼ ਐਵਰੀਥਿੰਗ, ਰਵੱਈਆ ਹੀ ਸਭ ਕੁਝ ਆ। ਤੇ ਜਿਹੋ ਜਿਹਾ ਰਵੱਈਆ ਤੁਸੀਂ ਅਪਣਾ ਲਓਗੇ ਉਹੋ ਜਿਹਾ ਤੁਸੀਂ ਬਣ ਜਾਓਗੇ। ਤੇ ਜੇ ਆਪਣਾ ਰਵੱਈਆ ਐਟੀਟਿਊਡ ਤੁਸੀਂ ਹੁਣ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਉਹੋ ਜਿਹੇ ਜ਼ਰੂਰ ਬਣੋਗੇ। ਇਹ ਲਾਅ ਆਫ ਅਟਰੈਕਸ਼ਨ ਨੇ ਤੁਹਾਨੂੰ ਨਿਸ਼ਚਿਤ ਕਰ ਦੇਣਾ। ਅਗਲੀ ਗੱਲ ਆ ਤੁਸੀਂ ਸੁਣਿਓ ਜ਼ਰਾ। ਭਗਤ ਸਿੰਘ ਜਾਂ ਉਦਮ ਸਿੰਘ, ਮਿਲ ਜਾਵੇ ਭਗਤ ਸਿੰਘ ਜਾਂ ਉਦਮ ਸਿੰਘ, ਨਾਨਕ ਫਰੀਦ ਭੁੱਲਿਆ ਮੈਂ ਅੱਜ ਕਿਉਂ, ਡਾਰਵਿਨ ਹੋਵੇ ਜਾਂ ਖੁਦੀ ਚੋਂ ਸੁਕਰਾਤ ਲੱਭ ਰਿਹਾ ਹਾਂ, ਮੈਂ ਪ੍ਰਭਾਤ ਲੱਭ ਰਿਹਾ ਹਾਂ, ਮੈਂ ਪ੍ਰਭਾਤ ਲੱਭ ਰਿਹਾ, ਮੈਂ ਪ੍ਰਭਾਤ ਲੱਭ ਰਿਹਾ ਆ। ਇਹ ਪ੍ਰਭਾਤ ਤੁਸੀਂ ਆਪਣੇ ਆਪ ਅੰਦਰੋਂ ਲੱਭਣੀ ਆ। ਤੇ ਅਗਲੀ ਜਿਹੜੀ ਹੋਰ ਇੱਕ ਨੀਝ ਵਾਲੀ ਗੱਲ ਆ ਕਿ ਆਪਣੇ ਮਕਸਦ ਬਾਰੇ, ਆਪਣੇ ਉਦੇਸ਼ ਬਾਰੇ ਵਾਰ-ਵਾਰ ਸੋਚੋ। ਜਦੋਂ ਆਪਾਂ ਵਾਰ-ਵਾਰ ਸੋਚਦੇ ਆ ਤਾਂ ਇੱਕ ਚੀਜ਼ ਪੱਕੀ ਹੋ ਜਾਂਦੀ ਆ ਕਿ ਜੇ ਪੱਥਰ ਤੇ ਵੀ ਕੋਈ ਰੱਸੀ ਘਸਾਈਏ ਤਾਂ ਉੱਤੇ ਵੀ ਨਿਸ਼ਾਨ ਪੈ ਜਾਂਦੇ ਆ। ਤੇ ਜਦੋਂ ਆਪਾਂ ਵਾਰ-ਵਾਰ ਸੋਚਾਂਗੇ ਤਾਂ ਆਪਾਂ ਨੂੰ ਮਕਸਦ ਸਾਹਮਣੇ ਸਪਸ਼ਟ ਦਿਸਣ ਲੱਗ ਜਾਣਾ। ਠੀਕ ਹੈ ਜੀ, ਇਹ ਸਪਸ਼ਟਤਾ ਬਹੁਤ ਜ਼ਰੂਰੀ ਆ। ਤੇ ਜਦੋਂ ਆਪਾਂ ਨਵੀਆਂ ਸਟ੍ਰੈਟਜੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ ਤਾਂ ਕੁਝ ਚੀਜ਼ਾਂ ਹੋਰ ਵੀ ਸੌਖੀਆਂ ਹੋ ਜਾਂਦੀਆਂ ਨੇ, ਪੜ੍ਹਨਾ ਸੌਖਾ ਹੋ ਜਾਂਦਾ ਆ। ਜਿਵੇਂ ਮੰਨ ਲਓ ਕਿ ਤੁਸੀਂ 5 ਸਵਾਲ ਰੋਜ਼ ਯਾਦ ਕਰਨੇ ਨੇ, ਫਿਰ ਤੁਸੀਂ ਚੇਂਜ ਕਰਦੇ ਹੋ, 5 ਬਹੁਤ ਸੌਖੇ ਹੋ ਗਏ, 10 ਕਰਨੇ ਸ਼ੁਰੂ ਕਰੀਏ। ਇਹ ਚੀਜ਼ਾਂ ਇੱਕਦਮ ਨਹੀਂ ਚੇਂਜ ਕਰਨੀਆਂ, ਕੋਸ਼ਿਸ਼ ਕਰੋ ਹੌਲੀ ਹੌਲੀ, ਸਟੈਪ ਵਾਈਜ਼ ਸਟੈਪ। ਦੇਖੋ ਜੇ ਆਪਾਂ ਛੱਤ ਤੇ ਚੜ੍ਹਨਾ ਆ, ਮੰਨ ਲਓ ਕਿ ਇੱਕ ਪੌੜੀ ਨੂੰ 10 ਡੰਡੇ ਲੱਗੇ ਹੋਏ ਆ, ਪਹਿਲਾਂ ਇੱਕ ਚੜਾਂਗੇ, ਫਿਰ ਦੂਜਾ ਚੜਾਂਗੇ, ਫਿਰ ਤੀਜਾ ਚੜਾਂਗੇ। ਜੇ ਤੁਹਾਨੂੰ ਤੁਸੀਂ ਹੁਣ ਵੱਡੇ ਹੋ ਗਏ ਹੋ ਤਾਂ ਤੁਸੀਂ ਚਾਹੁੰਦੇ ਹੋ ਚਲੋ ਕੋਈ ਨਾ 2 ਡੰਡੇ ਇਕੱਠੇ ਕਵਰ ਕਰ ਲਈਏ, ਹੋ ਜਾਣਗੇ। ਪਰ ਜੇ ਤੁਸੀਂ ਸੋਚੋ 10 ਡੰਡੇ ਇਕੱਠੇ ਕਵਰ ਕਰ ਦਈਏ ਤਾਂ ਇਹ ਨਹੀਂ ਹੋ ਸਕਣਾ। ਇਸ ਕਰਕੇ ਇਹ ਚੀਜ਼ਾਂ ਨੂੰ ਵੀ ਖਿਆਲ ਵਿੱਚ ਰੱਖੋ। ਲੰਮੀ ਰੇਸ ਦੇ ਘੋੜੇ ਬਣੋ, ਪਰ ਲੰਮੀ ਛਾਲ ਮਾਰ ਕੇ ਇੱਕੋ ਵਾਰ ਮੰਜ਼ਿਲ ਤੇ ਪਹੁੰਚਣ ਵਾਲਾ ਜਿਹੜਾ ਇਹ ਇੱਕ ਭਰਮ ਹੁੰਦਾ ਆ, ਉਹਨੂੰ ਜ਼ਰੂਰ ਤਿਆਗ ਦਿਓ ਤਾਂ ਕਿ ਜਿੰਨਾ ਸਲੋ ਚੱਲਾਂਗੇ ਉਨੇ ਆਪਾਂ ਸਫਲਤਾ ਨਾਲ ਸਫਲ ਹੋ ਸਕਾਂਗੇ। ਸਹਿਜ ਪੱਕੇ ਸੋ ਮਿੱਠਾ ਹੋਏ, ਇਸ ਚੀਜ਼ ਨੂੰ ਆਪਣੇ ਮਨ 'ਚ ਬਣਾ ਕੇ ਰੱਖੋ। ਆਪਣੇ ਕੋਲ ਸਾਰਾ ਕੁਝ ਹੀ ਪਿਆ ਆ, ਬਸ ਆਪਾਂ ਨੂੰ ਯਾਦ ਭੁੱਲ ਜਾਂਦਾ। ਇਹਦਾ ਇੱਕ ਕਾਰਨ ਹੈਗਾ ਆ। ਯਾਦ ਰੱਖਣ ਦੇ ਨੁਕਤੇ ਜੋ ਪੜ੍ਹਾਈ ਸੰਬੰਧੀ ਆ ਉਹ ਮੈਂ ਤੁਹਾਨੂੰ ਗਾਂ ਦੱਸਦਾ ਆ। ਅਗਲੀ ਗੱਲ ਕਿ ਇੱਕੋ ਨਾਲੋਂ ਵਧੇਰੇ ਸਰੋਤਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ। ਕੋਈ ਇੱਕ ਕਿਤਾਬ ਪੜ੍ਹ ਕੇ ਤੁਸੀਂ ਇਹ ਫਾਈਨਲ ਨਾ ਕਰ ਦਿਓ ਕਿ ਤੁਹਾਨੂੰ ਸਾਰਾ ਕੁਝ ਆ ਗਿਆ। ਹੋ ਸਕਦਾ ਕਿ ਉਸ ਕਿਤਾਬ ਦੇ ਵਿੱਚ ਉਦੋਂ ਜ਼ਿਆਦਾ ਗਲਤੀਆਂ ਹੋਣ ਜਿੰਨੀਆਂ ਤੁਸੀਂ ਸੋਚੀਆਂ ਨਾ ਹੋਣਗੀਆਂ। ਇਸ ਕਰਕੇ ਵੱਖ-ਵੱਖ ਸਰੋਤਾਂ ਨੂੰ ਤੁਸੀਂ ਜ਼ਰੂਰ ਪੜ੍ਹੋ। ਤੇ ਅਗਲੀ ਗੱਲ ਹੈਗੀ ਆ ਕਿ ਆਪਣੀ ਮਿਹਨਤ ਦਾ ਇੱਕ ਡਾਇਆਗ੍ਰਾਮ ਬਣਾਓ, ਇੱਕ ਰੋਜ਼ਾਨਾ ਦਾ ਇੱਕ ਮੈਪ ਤਿਆਰ ਕਰੋ ਜੋ ਤੁਸੀਂ ਪੜ੍ਹ ਰਹੇ ਹੋ। ਉਸ ਡਾਇਆਗ੍ਰਾਮ ਨੂੰ ਬਣਾ ਕੇ ਤੁਸੀਂ ਸੌਖੇ ਹੋ ਜਾਓਗੇ। ਤੇ ਜਦੋਂ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿੰਨੀ ਪ੍ਰੋਗਰੈਸ ਹੋਈ ਆ ਤਾਂ ਫਿਰ ਯਾਦ ਕਰਨਾ ਹੋਰ ਵੀ ਸੌਖਾ ਹੋ ਜੂਗਾ। ਮਤਲਬ ਤੁਸੀਂ ਆਪਣੇ ਆਪ ਨੂੰ ਇੱਕ ਰੁਝੇਵੇਂ ਵਿੱਚ ਪਾ ਲਓ, ਉਸ ਰੁਝੇਵੇਂ ਵਿੱਚ ਕਿ ਜਿਹਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਤੇ ਆਪਣੀ ਪੜ੍ਹਾਈ ਦਾ ਆਨੰਦ ਆਉਣਾ ਸ਼ੁਰੂ ਹੋ ਜਾਵੇ। ਤੇ ਆਪਣੇ ਪੰਜਾਬੀ ਕਹਿੰਦੇ ਹੁੰਦੇ ਆ, ਸਵੈ ਭਰੋਸਾ ਵੱਡਾ ਤੋਸਾ। ਤੇ ਆਪਣੇ ਆਪ ਤੇ ਯਕੀਨ ਰੱਖੋ, ਦੂਜਿਆਂ ਨੂੰ ਲੋੜ ਅਨੁਸਾਰ ਹੀ ਸੁਣੋ। ਜਿੰਨਾ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਆਲੋਚਨਾ ਕਰਦੇ ਆ ਕਿ ਤੁਹਾਥੋਂ ਆ ਨਹੀਂ ਹੋਣਾ, ਤੁਹਾਥੋਂ ਉਹ ਨਹੀਂ ਹੋਣਾ, ਅਸਲ ਵਿੱਚ ਉਹ ਤੁਹਾਡਾ ਫੈਸਲਾ ਲੈਣ ਵਾਲੇ ਨਹੀਂ ਹੁੰਦੇ। ਜੋ ਤੁਸੀਂ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਤੋਰਨਾ ਸਿੱਖੋ ਤੇ ਆਪਣੀ ਪਰਖ ਕਰਦੇ ਰਹੋ। ਵਾਰ-ਵਾਰ ਆਪਣੇ ਆਪ ਨੂੰ ਟੈਸਟ ਕਰਦੇ ਰਹੋ। ਟੈਸਟ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਤੁਹਾਨੂੰ ਇੱਕ ਤਾਂ ਆਪਣੀਆਂ ਗਲਤੀਆਂ ਦਾ ਪਤਾ ਲੱਗ ਜਾਂਦਾ, ਦੂਜਾ ਜਦੋਂ ਆਪਾਂ ਆਪਣੀ ਪੜਚੋਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਸਾਡੀਆਂ ਕਮਜ਼ੋਰੀਆਂ ਕੀ ਨੇ ਤੇ ਸਾਡੇ ਵਿੱਚ ਚੰਗੀਆਂ ਚੀਜ਼ਾਂ ਕੀ ਨੇ, ਸਾਨੂੰ ਆਉਂਦਾ ਕੀ ਆ। ਇਸ ਕਰਕੇ ਸਵੈ ਪੜਚੋਲ ਕਰਦੇ ਰਹੋ ਤੇ ਨਵੇਂ ਲੋਕਾਂ, ਨਵੀਆਂ ਕਿਤਾਬਾਂ ਤੇ ਨਵੇਂ ਸ਼ਬਦਾਂ ਦੇ ਨਾਲ ਸਾਂਝ ਪਾਉਂਦੇ ਰਹੋ। ਜਿੱਥੋਂ ਵੀ ਤੁਹਾਨੂੰ ਕੁਝ ਨਵਾਂ ਮਿਲਦਾ ਆ ਉੱਥੋਂ ਉਹਨੂੰ ਗ੍ਰਹਿਣ ਕਰ ਲਵੋ, ਪ੍ਰਾਪਤ ਕਰ ਲਵੋ, ਛੱਡੋ ਨਾ। ਠੀਕ ਹੈ ਜੀ। ਤੇ ਆਪਣੇ ਨਿਸ਼ਾਨੇ ਬਾਰੇ ਸਿੱਧੇ ਅਸਿੱਧੇ ਢੰਗ ਦੇ ਨਾਲ ਲੋਕਾਂ ਨਾਲ ਚਰਚਾ ਕਰਦੇ ਰਹੋ। ਜੋ ਤੁਸੀਂ ਮਕਸਦ ਪਾਉਣਾ ਚਾਹੁੰਦੇ ਹੋ ਉਹਦੇ ਬਾਰੇ ਜੇ ਤੁਸੀਂ ਸਿੱਧੀ ਗੱਲ ਨਹੀਂ ਕਰਨੀ ਤਾਂ ਅਸਿੱਧੇ ਢੰਗ ਨਾਲ ਲਫ਼ਜ਼ਾਂ ਦਾ ਹੇਰ-ਫੇਰ ਕਰਕੇ ਗੱਲ ਜ਼ਰੂਰ ਕਰੋ। ਕਿਉਂਕਿ ਹੋ ਸਕਦਾ ਕੋਈ ਬੰਦਾ ਬੇਸ਼ੱਕ ਤੁਹਾਡੇ ਫੀਲਡ ਦਾ ਨਾ ਹੋਵੇ ਪਰ
ਉਹ ਕੋਈ ਇਹੋ ਜਿਹੀ ਗੱਲ ਕਰ ਜਾਵੇ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਪ੍ਰਭਾਵ ਪੈ ਸਕਦਾ ਹੋਵੇ ਤਾਂ ਤੁਸੀਂ ਉਹਨੂੰ ਜ਼ਰੂਰ ਗ੍ਰਹਿਣ ਕਰੋ। ਤੇ ਉਹਨਾਂ ਦੇ ਕਮੈਂਟ ਜਿਹੜੇ ਨੇ, ਉਹਨਾਂ ਦੇ ਢੁਕਵੇਂ ਮੱਤ ਜਿਹੜੇ ਨੇ, ਉਹ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੋ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਤਾਂ ਕਿ ਪਹਿਲਾਂ ਤੁਸੀਂ ਤਿਆਰ ਹੋ ਜਾਓ, ਤੁਸੀਂ ਆਪਣੇ ਆਪ ਨੂੰ ਇੱਕ ਵਾਰੀ ਮੋਡੀਫਾਈ ਕਰ ਲਵੋ ਕਿ ਅਸੀਂ ਕੁਝ ਕਰਨਾ ਚਾਹੁੰਦੇ ਹਾਂ। ਅਗਲੀ ਗੱਲ, ਕਿਤਾਬ ਬੜੀ ਮਸ਼ਹੂਰ ਆ, ਜਿਹੜੀ ਕਿਤਾਬ ਦੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਪਹਿਲਾਂ ਮੈਂ 2-3 ਨੁਕਤੇ ਤੁਹਾਨੂੰ ਉਹਦੇ ਵਿੱਚੋਂ ਦੱਸਦਾ ਆ, ਫਿਰ ਤੁਹਾਨੂੰ ਕਿਤਾਬ ਵੀ ਦਿਖਾਉਣਾ ਆ। ਕਿਤਾਬ ਦੇ ਵਿੱਚ ਲਿਖਿਆ ਆ ਜੀ, ਪਹਿਲਾ ਨੁਕਤਾ ਕਿ ਸਵਰਗ ਕਿਸੇ ਸਥਾਨ ਦਾ ਨਾਂ ਨਹੀਂ ਅਤੇ ਨਾ ਹੀ ਕਿਸੇ ਯੁੱਗ ਦਾ ਨਾਂ ਹੈ, ਸਵਰਗ ਸੰਪੂਰਨ ਹੋਣਾ ਹੈ। ਠੀਕ ਹੈ ਜੀ, ਇਹ ਕਿਤਾਬ ਸਾਨੂੰ ਇਹ ਦੱਸਦੀ ਆ। ਕਿਹੜੀ ਕਿਤਾਬ ਮੈਂ ਤੁਹਾਨੂੰ ਦੱਸਦਾ ਆ, ਦਿਖਾਉਣਾ ਆ। ਪਰ ਇਸੇ ਤਰ੍ਹਾਂ ਹੀ ਆਪਾਂ ਆਪਣਾ ਨੁਕਤਾ ਵੀ ਸਮਝਣਾ ਆ ਕਿ ਰੱਬ ਕੋਈ ਦੇਵੀ ਭਟਕਣ ਨਹੀਂ ਹੁੰਦੀ ਕਿ ਆਪਾਂ ਭਟਕਦੇ ਫਿਰੀਏ ਰੱਬ ਨੂੰ ਪਾਉਣ ਦੀ ਖਾਤਰ ਤਾਂ ਉਹ ਮਿਲ ਜੂਗਾ। ਸਗੋਂ ਸਵੈ ਨਾਲ ਜੁੜ ਕੇ ਆਪਣੀ ਸੁਰਤ ਜਗਾਉਣ ਦਾ ਨਾਂ ਹੀ ਰੱਬ ਹੁੰਦਾ ਆ। ਇਸੇ ਤਰ੍ਹਾਂ ਹੀ ਐਜੂਕੇਸ਼ਨ ਹੁੰਦੀ ਆ। ਐਜੂਕੇਸ਼ਨ ਕੋਈ ਬਾਹਰੋਂ ਚੀਜ਼ ਮਿਲਣ ਵਾਲੀ ਨਹੀਂ ਹੁੰਦੀ। ਜਦੋਂ ਆਪਣੀ ਅੰਤਰ ਆਤਮਾ ਦੀ ਤੀਜੀ ਅੱਖ ਖੁੱਲ੍ਹ ਜਾਂਦੀ ਆ ਤਾਂ ਸਾਨੂੰ ਐਜੂਕੇਸ਼ਨ ਮਿਲ ਜਾਂਦੀ ਆ, ਸਾਨੂੰ ਗਿਆਨ ਹੋ ਜਾਂਦਾ। ਗਿਆਨ ਹੀ ਅਸਲ ਵਿੱਚ ਐਜੂਕੇਸ਼ਨ ਆ, ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਕਿ ਵਿਦਿਆ ਵਿਚਾਰੀ ਪਰ ਉਪਕਾਰੀ। ਜਦੋਂ ਆਪਾਂ ਵਿਦਿਆ ਨੂੰ ਵਿਚਾਰ ਲੈਂਦੇ ਆ ਤਾਂ ਸਾਡਾ ਜਿਹੜਾ ਪਰ ਉਪਕਾਰ ਹੋ ਜਾਂਦਾ, ਅਸੀਂ ਦੁਨੀਆ ਦਾ ਵੀ ਭਲਾ ਕਰਨ ਲੱਗ ਜਾਂਦੇ ਆ। ਇਸ ਚੀਜ਼ ਨੂੰ ਆਪਾਂ ਜ਼ਰੂਰ। ਅਗਲਾ ਇੱਕ ਹੋਰ ਗੱਲ ਕਹਿੰਦੇ ਨੇ ਗੁਰੂ ਸਾਹਿਬ ਕਿ ਮਨ ਜੀਤੈ ਜਗ ਜੀਤ। ਜੇ ਆਪਾਂ ਆਪਣਾ ਮਨ ਜਿੱਤ ਲਿਆ ਤਾਂ ਦੁਨੀਆ ਜਿੱਤੀ ਜਾਣੀ ਆ। ਦੁਨੀਆ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਦੁਨੀਆ ਨਹੀਂ ਜਿੱਤ ਹੋਣੀ। ਇਹਨਾਂ ਨੁਕਤਿਆਂ ਨੂੰ ਆਪਾਂ ਖਿਆਲ 'ਚ ਰੱਖੀਏ। ਤੇ ਇੱਕ ਹੋਰ ਵਿਚਾਰ ਪੜ੍ਹ ਲੈਂਦੇ ਆ। ਕਹਿੰਦੇ ਅਸੀਂ ਅੱਜ ਜੋ ਸਿੱਖ ਰਹੇ ਹੁੰਦੇ ਹਾਂ, ਅਸਲ ਵਿੱਚ ਆਪਣਾ ਅਗਲਾ ਸੰਸਾਰ ਚੁਣ ਰਹੇ ਹੁੰਦੇ ਹਾਂ। ਕੱਖ ਨਾ ਸਿੱਖੋ, ਅਗਲਾ ਸੰਸਾਰ ਵੀ ਉਹੋ ਜਿਹਾ ਹੋਵੇਗਾ ਜੋ ਅੱਜ ਵਾ। ਇਸ ਕਰਕੇ ਕੁਝ ਨਾ ਸਿੱਖਣ ਨਾਲੋਂ ਚੰਗਾ ਆ ਕੁਝ ਸਿੱਖੋ। ਤੇ ਆਹ ਵੇਖੋ ਜੀ, ਕਿਤਾਬ ਆ। ਇਸ ਕਿਤਾਬ ਦੇ ਵਿੱਚ ਵਿਚਾਰ ਨੇ। ਇਹ ਰਾਈਟਰ ਬੜਾ ਸ਼ਾਨਦਾਰ ਆ, ਮੋਟੀਵੇਸ਼ਨਲ। ਇਹ ਜੋ ਇੱਕ ਕਹਾਣੀ ਆ ਇਹਦੇ ਵਿੱਚ ਦੱਸੀ ਹੋਈ ਆ। ਜੋਨਾਥਨ ਲਿਵਸਟਨ ਸੀਗਲ ਦੀ ਕਹਾਣੀ ਆ, ਇੱਕ ਪੰਛੀ ਦੀ ਕਹਾਣੀ ਆ ਜੋ ਰਿਚਰਡ ਬਾਖ ਨੇ ਸਾਡੇ ਸਾਹਮਣੇ ਪੇਸ਼ ਕੀਤੀ ਆ। ਉਹ ਇਹਦੇ ਵਿੱਚ ਬੜੇ ਸੌਖੀ ਜੀ ਢੰਗ ਦੇ ਨਾਲ ਇੱਕ ਪੰਛੀ ਦੀ ਉਡਾਣ ਬਾਰੇ ਗੱਲ ਕਰਦੇ ਆ। ਜਦੋਂ ਉਹ ਕਹਿੰਦੇ ਆ ਕਿ ਸੀਗਲ ਜਿਹੜਾ ਆ ਉਹ ਆਮ ਸਧਾਰਨ ਜਿਹੜੇ ਪੰਛੀ ਨੇ, ਜਿਹੜੇ ਬਾਕੀ ਉਹਦੇ ਨਾਲ ਦੇ ਸਿਗਲ ਨੇ, ਉਹਦੇ ਨਾਲ ਵਾਂਗੂ ਨਹੀਂ ਆਉਣਾ ਚਾਹੁੰਦਾ ਸੀ। ਉਹ ਕੁਝ ਉੱਚੀ ਉਡਾਣ ਭਰਨੀ ਚਾਹੁੰਦਾ ਸੀ ਤੇ ਉਹਨੇ ਉੱਚੀ ਉਡਾਣ ਭਰਨ ਦੇ ਵਾਸਤੇ ਜੋ ਭਰਮ ਭੁਲੇਖੇ ਆਪਣੇ ਆਲੇ ਦੁਆਲੇ ਜੋ ਰੁਕਾਵਟਾਂ ਸੀਗੀਆਂ ਉਹਨਾਂ ਨੂੰ ਦੂਰ ਕਰ ਦਿੱਤਾ। ਬੇਸ਼ੱਕ ਉਹਨੂੰ ਛੇਕ ਦਿੱਤਾ ਗਿਆ ਆਪਣੇ ਕਬੀਲੇ ਵੱਲੋਂ, ਪਰ ਉਹਦੀਆਂ ਜੋ ਪ੍ਰਾਪਤੀਆਂ ਸੀਗੀਆਂ ਬਾਅਦ ਵਿੱਚ ਉਹਦੀ ਉਸੇ ਹੀ ਕਬੀਲੇ ਨੇ ਮਾਨਤਾ ਦਿੱਤੀ। ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ। ਤੇ ਰਿਚਰਡ ਬਾਖ ਖੁਦ ਵੀ ਇੱਕ ਪਾਇਲਟ ਸੀਗਾ ਤੇ ਉਹਦੀਆਂ ਉਡਾਨਾਂ ਇਸ ਕਿਤਾਬ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਬਾ ਕਮਾਲ ਹੈ, ਮੋਟੀਵੇਟਡ ਤਾਂ ਹੈ ਹੀ, ਨਾਲੋਂ ਨਾਲ ਤੁਹਾਡੀ ਜ਼ਿੰਦਗੀ ਨੂੰ ਵੀ ਉਤਸ਼ਾਹ ਦਿੰਦੀ ਆ। ਤੇ ਇਸੇ ਤਰ੍ਹਾਂ ਹੀ ਇੱਕ ਕਿਤਾਬ ਮੈਂ ਤੁਹਾਨੂੰ ਹੋਰ ਦਿਖਾਉਣਾ, ਕਿਉਂਕਿ ਕਿਤਾਬਾਂ ਦੇ ਨਾਲ ਤੁਹਾਨੂੰ ਇਹ ਅਹਿਸਾਸ ਹੋ ਜਾਊਗਾ ਕਿ ਆਪਾਂ ਹਵਾਲੇ ਸਹਿਤ ਗੱਲ ਕਰ ਰਹੇ ਹਾਂ। ਇੱਕ ਬਜ਼ੁਰਗ ਦੀ ਗੱਲ ਆਉਂਦੀ ਆ ਜੀ, ਬੁੱਢਾ ਅਤੇ ਸਮੁੰਦਰ। ਇਸ ਕਿਤਾਬ ਦੇ ਵਿੱਚ ਆ ਕਿਤਾਬ ਆ, ਟਾਈਟਲ ਵੇਖ ਲਵੋ ਜੀ, ਬੁੱਢਾ ਅਤੇ ਸਮੁੰਦਰ। ਬਹੁਤ ਸਾਰੇ ਅਨੁਵਾਦ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਹੋ ਚੁੱਕੇ ਨੇ। ਹਮਿੰਗਵੇ ਦੀ ਲਿਖੀ ਹੋਈ ਆ। ਇਹਦੇ ਵਿੱਚ ਜੋ ਬਜ਼ੁਰਗ ਬੰਦਾ ਆ ਉਹ ਅਸਲ ਵਿੱਚ ਕਮਾਲ ਦਾ ਪਾਤਰ ਆ। ਉਹ ਸਾਨੂੰ ਦੱਸਦਾ ਕਿ ਜ਼ਿੰਦਗੀ ਜੀਵੀ ਕਿਵੇਂ ਜਾਂਦੀ ਆ। ਉਹਦੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਹੀ ਨਿਰਾਸ਼ਾ ਆ, ਇਕੱਲਤਾ ਹੰਢਾ ਰਿਹਾ ਆ। ਪਰ ਸਤਿਆਂਗੋ ਜਿਹੜਾ ਇਹਦਾ ਮੁੱਖ ਪਾਤਰ ਆ, ਬਜ਼ੁਰਗ ਵਾ, ਅਜਿਹਾ ਹੀ ਇੱਕ ਪਾਤਰ ਹੈ ਜਿਹੜਾ ਨਿੱਜੀ ਪੀੜਾ ਨੂੰ ਦੁੱਖ ਦਾਰੂ ਸੁਖ ਰੋਗ ਭਇਆ ਵਾਂਗ ਲੈਂਦਾ ਹੈ। ਉਹ ਜ਼ਿੰਦਗੀ ਨੂੰ ਜਿਉਣ ਦੇ ਲਈ ਹਾਰਾਂ ਬਹੁਤ ਵਾਰ ਸਵੀਕਾਰ ਕਰਦਾ ਆ, ਪਰ ਆਖਰ ਨੂੰ ਉਹਦੀ ਜਿੱਤ ਹੁੰਦੀ ਆ। ਤੇ ਇਹੀ ਜਿੱਤ ਜਿਹੜੀ ਆ ਉਹਦੀ ਜ਼ਿੰਦਗੀ ਨੂੰ ਲੋਕਾਂ ਦੇ ਵਿੱਚ ਇੱਕ ਐਗਜ਼ਾਮਪਲ ਦੇ ਤੌਰ ਤੇ ਪੇਸ਼ ਕਰ ਦਿੰਦੀ ਆ। ਇੱਕ ਕਿਤਾਬ ਹੋਰ ਤੁਹਾਨੂੰ ਦਿਖਾਊਂਗਾ, ਉਸ ਤੋਂ ਬਾਅਦ ਆਪਾਂ ਯਾਦ ਕਰਨ ਦੇ ਤਰੀਕੇ ਤੇ ਗੱਲ ਕਰਦੇ ਹਾਂ, ਤਾਂ ਕਿ ਤੁਸੀਂ ਆਪਣੇ ਆਪ ਦੇ ਤੌਰ ਤੇ ਮਾਈਂਡ ਨੂੰ ਸੈੱਟ ਕਰ ਲਵੋ। ਤੇ ਆਹ ਕਿਤਾਬ ਆ ਜੀ, ਦੁਨੀਆ ਦਾ ਕਮਾਲ ਦਾ ਨਾਵਲਕਾਰ ਚਿਨੁਆ ਅਚੇਬੇ। ਠੀਕ ਹੈ ਜੀ, ਚਿਨੁਆ ਅਚੇਬੇ ਦੀ ਕਿਤਾਬ ਆ ਜੀ, ਨੋਟ ਲੌਂਗਰ ਐਟ ਈਜ਼, ਬਾਤਾਂ ਨੇ ਸੁਖਾਲੀਆਂ। ਤੇ ਇਹਦੇ ਵਿੱਚ ਇੱਕ ਥਾਂ ਤੇ ਕਥਾ ਆਉਂਦੀ ਆ ਕਿ ਇੱਕ ਜਿਹੜਾ ਕੱਛੂ ਕੁੰਮਾ ਆ, ਉਹਨੂੰ ਉਹਦੇ ਦੁਸ਼ਮਣ ਫੜ ਲੈਂਦੇ ਆ। ਕੱਛੂ ਕੁੰਮੇ ਨੂੰ ਪਤਾ ਹੁੰਦਾ ਕਿ ਹੁਣ ਮੈਂ ਬਚਣਾ ਨਹੀਂ ਹੈਗਾ। ਉਹ ਕੀ ਕਰਦਾ ਆ ਕਿ ਉਹ ਕਹਿੰਦਾ ਮੇਰੀ ਆਖਰੀ ਇੱਛਾ ਇਹ ਆ ਕਿ ਮੈਂ ਆਪਣੇ
ਪੂਰੇ ਦਮ ਦੇ ਨਾਲ ਇਸ ਸੜਕ ਨੂੰ, ਇਸ ਰਾਹ ਨੂੰ ਪੱਟ ਦੇਣਾ ਚਾਹੁੰਦਾ ਆ। ਉਹਦੇ ਦੁਸ਼ਮਣ ਉਹਨੂੰ ਕਹਿੰਦੇ ਆ ਠੀਕ ਹੈ। ਜਦੋਂ ਉਹ ਪੂਰੇ ਆਪਣੇ ਨੁਹਾਂਦਰਾਂ ਪੈਰਾਂ ਦੇ ਨਾਲ ਉਸ ਰੋਡ ਨੂੰ ਉੱਥੋਂ ਪੱਟ ਦਿੰਦਾ ਆ, ਤਾਂ ਉਹਦੇ ਜਿਹੜੇ ਮਾਰਨ ਵਾਲੇ ਉਹਨੂੰ ਪੁੱਛਦੇ ਕਿ ਤੂੰ ਇਦਾਂ ਕਿਉਂ ਕੀਤਾ। ਉਹ ਕਹਿੰਦਾ ਕਿ ਮੈਨੂੰ ਜਦੋਂ ਇਤਿਹਾਸਕਾਰ ਘੋਖਣਗੇ, ਪਰਖਣਗੇ, ਤਾਂ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੋਊਗਾ ਕਿ ਸਾਡੇ ਬਜ਼ੁਰਗਾਂ ਨੇ ਬੜੀ ਹਿੰਮਤ ਕੀਤੀ ਸੀ ਆਪਣੇ ਆਪ ਨੂੰ ਬਚਾਉਣ ਦੀ, ਕੌਮ ਨੂੰ ਬਚਾਉਣ ਦੀ। ਤੇ ਇਹ ਜੋ ਇਤਿਹਾਸ ਵਿੱਚ ਲਿਖਿਆ ਜਾਊਗਾ ਉਹ ਬੜਾ ਕਮਾਲ ਦਾ ਹੋਊਗਾ। ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਤਸ਼ਾਹ ਮਿਲੂਗਾ। ਜਿਵੇਂ ਆਪਾਂ ਚਿੜੀ ਦੀ ਗੱਲ ਪੜ੍ਹਦੇ ਹੁੰਦੇ ਆ, ਕਹਾਣੀ ਆਉਂਦੀ ਹੁੰਦੀ ਆ, ਜੰਗਲ ਨੂੰ ਅੱਗ ਲੱਗੀ ਹੋਈ ਆ, ਇੱਕ ਚਿੜੀ ਚੌਂਦੇ ਵਿੱਚ ਪਾਣੀ ਭਰ ਕੇ ਲੈ ਕੇ ਆਉਂਦੀ ਆ, ਉਹ ਵਾਲੀ ਤੁਸੀਂ ਸਾਰੇ ਜਾਣਦੇ ਹੋ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਖਿਆਲ ਵਿੱਚ ਰੱਖਾਂਗੇ ਤਾਂ ਅੱਗੇ ਜ਼ਰੂਰ ਤੇਰੇ ਪਰਾਂ 'ਚ ਰਹਿਣੀ ਜਦ ਤੱਕ ਉਡਾਨ ਬਾਕੀ ਰਹਿਣੇ ਨੇ ਉਦੋਂ ਤੀਕਰ, ਰਹਿਣੇ ਨੇ ਉਦੋਂ ਤੀਕਰ ਇਮਤਿਹਾਨ ਬਾਕੀ। ਪਿਆਰੇ ਵਿਦਿਆਰਥੀਓ, ਆਖਰ ਦੇ ਵਿੱਚ ਹੁਣ ਕੁਝ ਨੁਕਤੇ ਹੋਰ ਆਪਾਂ ਘੋਖਣੇ ਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਤਾਂ ਆਪਣਾ ਸਿਲੇਬਸ ਚੰਗੀ ਤਰ੍ਹਾਂ ਵੇਖੋ ਜੋ ਤੁਸੀਂ ਪੜ੍ਹ ਰਹੇ ਹੋ। ਜਿਸ ਏਮ ਨੂੰ ਤੁਸੀਂ ਨਿਸ਼ਚਿਤ ਕਰ ਲਿਆ ਆ ਹੁਣ, ਉਹਦਾ ਸਿਲੇਬਸ ਨੋਟ ਕਰੋ। ਸਿਲੇਬਸ ਦੇ ਅਕੋਰਡਿੰਗ ਟਿਕ ਮਾਰਕ ਕਰਦੇ ਜਾਓ। ਉਹਨੂੰ ਇੱਕ ਤਰਤੀਬ ਦੇ ਵਿੱਚ ਪੜ੍ਹੋ। ਗਾਈਡਾਂ ਦਾ ਪੜ੍ਹਨ ਦਾ ਗੁਰੇਜ਼ ਕਰੋ। ਗਾਈਡਾਂ ਤੋਂ ਤੁਹਾਨੂੰ ਕਿਤੇ ਵੀ ਪ੍ਰੋਪਰ ਜਿਹੜੀ ਨੌਲੇਜ ਆ ਉਹ ਨਹੀਂ ਮਿਲ ਸਕਦੀ। ਗਾਈਡਾਂ ਜਿਹੜੀਆਂ ਤੁਹਾਡਾ ਸਾਰਥਕ ਰਾਹ ਦਸੀਰਾ ਨਹੀਂ ਬਣ ਸਕਦੀਆਂ। ਟੈਕਸਟ ਬੁੱਕ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਪੜ੍ਹੋ। ਪੈਨਸਲ ਦੇ ਨਾਲ ਨਿਸ਼ਾਨੀਆਂ ਲਾਉਂਦੇ ਜਾਓ। ਇਹ ਚੀਜ਼ਾਂ ਤਾਂ ਦੱਸ ਰਿਹਾ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਅਸਲ ਐਜੂਕੇਸ਼ਨ ਕੀ ਚੀਜ਼ ਹੁੰਦੀ ਆ। ਅਗਲੀ ਗੱਲ ਕਿ ਜੇਕਰ ਤੁਸੀਂ ਹੁਣ ਲੈਕਚਰ ਸੁਣ ਰਹੇ ਹੋ ਵੱਖ-ਵੱਖ, ਤਾਂ ਮੇਨ ਨੁਕਤੇ ਜਿਹੜੇ ਨੇ ਉਹਨਾਂ ਨੂੰ ਨੋਟ ਕਰੋ। ਹੋ ਸਕਦਾ ਆ ਜਿਵੇਂ ਤੁਸੀਂ ਗੀਤਾਂ ਨੂੰ ਰਿਪੀਟ ਤੇ ਸੁਣਦੇ ਹੁੰਦੇ ਹੋ, ਉਸੇ ਤਰ੍ਹਾਂ ਹੀ ਇਸ ਲੈਕਚਰ ਨੂੰ ਵੀ ਰਿਪੀਟ ਤੇ ਸੁਣਨਾ ਪਵੇ। ਵੱਖ-ਵੱਖ ਜੋ ਲੈਕਚਰ ਆਪਾਂ ਸਾਂਝੇ ਕਰ ਰਹੇ ਆ ਉਹਨਾਂ ਨੂੰ ਰਿਪੀਟ ਤੇ ਸੁਣੋ, ਕਿਉਂਕਿ ਸਾਨੂੰ ਸੁਣਨ ਦੀ ਜਿਹੜੀ ਇੱਕ ਸ਼ਕਤੀ ਮਿਲੀ ਆ, ਪਾਵਰ ਮਿਲੀ ਆ, ਉਹਦਾ ਜੇ ਸਦਉਪਯੋਗ ਹੋ ਜਾਵੇ, ਜੇ ਸੁਣਨਾ ਆ ਗਿਆ ਤਾਂ ਫਿਰ ਸਾਨੂੰ ਬੋਲਣਾ ਵੀ ਆ ਜਾਊਗਾ, ਸਾਨੂੰ ਲਿਖਣਾ ਵੀ ਆ ਜਾਊਗਾ ਅਤੇ ਜਿਉਣਾ ਵੀ ਆ ਜਾਊਗਾ। ਅਤੇ ਜੇ ਆਪਾਂ ਉਹ ਰਿਪੀਟ 'ਤੇ ਸੁਣ ਕੇ ਚੰਗੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਉਤਾਰਾ ਕਰ ਲਵਾਂਗੇ ਤਾਂ ਸਾਨੂੰ ਯਾਦ ਸੌਖਾ ਹੋ ਜਾਂਦਾ ਆ ਅਤੇ ਭੁੱਲਣ ਦੇ ਜਿਹੜੇ ਖਦਸ਼ੇ ਨੇ ਉਹ ਵੀ ਦੂਰ ਹੋ ਜਾਂਦੇ ਆ। ਕਿਸੇ ਵੀ ਟੌਪਿਕ ਨੂੰ ਤਹਿ ਤੱਕ ਨਿਪਟਾ ਦਿਓ। ਮੰਨ ਲਓ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਇੱਕ ਟੌਪਿਕ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਜੀ ਜੀਵਨ ਤੇ ਬਾਣੀ। ਹੁਣ ਗੁਰੂ ਨਾਨਕ ਦੇਵ ਜੀ ਬਾਰੇ ਜਿੰਨੇ ਵੱਧ ਤੋਂ ਵੱਧ ਨੁਕਤੇ ਨੇ ਉਹ ਤੁਸੀਂ ਆਪਣੀ ਟਿਪਸ ਦੇ ਉੱਪਰ ਨੋਟ ਕਰ ਲਵੋ। ਵਾਰ-ਵਾਰ ਕਰੋਗੇ ਤਾਂ ਯਾਦ ਵੀ ਹੋ ਜਾਣਗੇ। ਬਾਜ਼ਾਰੀ ਕਿਤਾਬਾਂ ਨੂੰ ਨਾ ਪੜ੍ਹੋ। ਇਹ ਮੈਂ ਵਾਰ-ਵਾਰ ਤੁਹਾਨੂੰ ਕਹਿੰਦਾ ਹੁੰਦਾ ਆ ਕਿ ਜਿਹੜੀਆਂ ਬਾਜ਼ਾਰ ਦੀਆਂ ਕਿਤਾਬਾਂ ਨੇ, ਜੇ ਤੁਸੀਂ ਉਹਨਾਂ ਨੂੰ ਪੜ੍ਹੋਗੇ ਤਾਂ ਉਹਨਾਂ ਨੇ ਤੁਹਾਨੂੰ ਸਹੀ ਰਾਹ ਦੱਸਣ ਦੀ ਬਜਾਏ ਗਲਤ ਰਾਹ ਹੀ ਦੱਸਣਾ ਆ, ਕਿਉਂਕਿ ਉਹ ਐਗਜ਼ੈਕਟ ਪੁਆਇੰਟ ਟੂ ਪੁਆਇੰਟ ਗੱਲਾਂ ਹੁੰਦੀਆਂ ਨੇ। ਜਿਹੜੀਆਂ ਕੰਪੀਟੀਟਿਵ ਐਗਜ਼ਾਮ ਦੀਆਂ ਕਿਤਾਬਾਂ ਨੇ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਨਕਾਰ ਦਿਓ। ਜੇ ਉੱਥੋਂ ਪੜ੍ਹੋਗੇ ਤਾਂ ਘਪਲਾ ਹੋਣ ਦਾ ਚਾਂਸ ਜ਼ਿਆਦਾ ਹੁੰਦਾ ਆ। ਆਪਣੇ ਵੀਕ ਪੁਆਇੰਟ ਜਿਹੜੇ ਨੇ ਉਹ ਨੋਟ ਕਰੋ। ਤੁਹਾਨੂੰ ਜੋ ਲੱਗਦਾ ਕਿ ਕਿੱਥੇ ਤੁਸੀਂ ਮਾਰ ਖਾ ਸਕਦੇ ਹੋ, ਕਿਹੜੇ ਟੌਪਿਕ ਵਿੱਚ ਮਾਰ ਖਾ ਸਕਦੇ ਹੋ, ਉਹ ਟੌਪਿਕ ਜਿਹੜੇ ਨੇ ਪੜ੍ਹਨ ਵੇਲੇ ਖਿਆਲ ਰੱਖੋ। ਉਹਨਾਂ ਟੌਪਿਕਾਂ 'ਤੇ ਜ਼ਿਆਦਾ ਧਿਆਨ ਦਿਓ। ਜਦੋਂ ਤੁਸੀਂ ਪੇਪਰ ਕਰਨਾ ਆ ਉਦੋਂ ਇਸ ਚੀਜ਼ ਦਾ ਖਿਆਲ ਰੱਖੋ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਆਉਂਦਾ ਕੀ ਆ। ਪੇਪਰ ਦੇ ਵਿੱਚ ਕਰਨ ਲੱਗਿਆਂ ਇਸ ਚੀਜ਼ ਨੂੰ ਆਪਣੇ ਮਨ ਵਿੱਚ ਬਿਠਾ ਲਓ ਕਿ ਸਭ ਤੋਂ ਪਹਿਲਾਂ ਅਸੀਂ ਜੋ ਸਾਨੂੰ ਆਉਂਦਾ ਉਹ ਕਰਨਾ, ਔਖਾ ਬਾਅਦ ਵਿੱਚ ਕਰਨਾ। ਜਦੋਂ ਆਪਾਂ ਪੜ੍ਹਨਾ ਆ ਉਦੋਂ ਉਲਟ ਕਰੋ। ਜਦੋਂ ਆਪਾਂ ਪੜ੍ਹ ਰਹੇ ਹੁੰਦੇ ਆ ਉਦੋਂ ਤੁਹਾਨੂੰ ਜੋ ਸਭ ਤੋਂ ਸੌਖਾ ਲੱਗਦਾ ਉਹ ਨਾ ਪੜ੍ਹੋ, ਉਹ ਤਾਂ ਤੁਹਾਨੂੰ ਆਉਂਦਾ ਹੀ ਆ। ਜੋ ਨਹੀਂ ਆਉਂਦਾ ਉਹ ਪੜ੍ਹੋ, ਉਹਦੇ ਨਾਲ ਤੁਹਾਨੂੰ ਯਾਦ ਵੀ ਹੋਊਗਾ ਅਤੇ ਤੁਹਾਡੀ ਜਿਹੜੀ ਜਾਕਵਾ ਮਨ ਦੀ ਉਹ ਵੀ ਖੁੱਲ੍ਹ ਜਾਊਗੀ। ਠੀਕ ਹੈ ਜੀ। ਅਤੇ ਆਪਣੀ ਇੱਕ ਟੀਮ ਬਣਾਓ। ਜਿਵੇਂ ਆਪਾਂ ਗਰੁੱਪ ਬਣਾਇਆ ਹੋਇਆ, ਇਹ ਟੀਮ ਹੀ ਹੈ ਇੱਕ। ਉਸ ਵਿੱਚ ਟੀਮ ਵਰਕ ਜੇ ਤੁਸੀਂ ਕਰ ਸਕਦੇ ਹੋ ਤਾਂ ਇਹ ਤੁਹਾਨੂੰ ਬੜੇ ਸਾਰਥਕ ਸਿੱਟੇ ਦੇ ਸਕਦਾ, ਕਿਉਂਕਿ ਕਈ ਵਾਰੀ ਅਸੀਂ ਜੋ ਸੋਚ ਰਹੇ ਹੁੰਦੇ ਹਾਂ ਉਹ ਉਸ ਤਰ੍ਹਾਂ ਯਾਦ ਨਹੀਂ ਹੁੰਦਾ। ਮੈਂ ਤੁਹਾਨੂੰ ਯਾਦ ਹੋਣਾ ਗੁਰੂ ਨਾਨਕ ਸਾਹਿਬ ਵਾਲੇ ਲੈਕਚਰ ਦੇ ਵਿੱਚ ਇੱਕ ਕਵਿਤਾ ਦੇ ਥਰੂ ਪੜ੍ਹਨ ਦਾ ਤਰੀਕਾ ਦੱਸਿਆ ਸੀਗਾ। ਹੁਣ ਇੱਕ ਚੀਜ਼ ਤੁਸੀਂ ਆਪ ਹੀ ਵਿਚਾਰੋ ਕਿ ਸਾਡਾ ਜਿੰਨਾ ਵੀ ਪੁਰਾਤਨ ਸਾਹਿਤ ਆ, ਆਦਿ ਕਾਲ ਦਾ, ਮੱਧ ਕਾਲ ਦਾ, ਉਹ ਸਾਰੇ ਦਾ ਸਾਰਾ ਕਵਿਤਾਵਾਂ ਦੇ ਵਿੱਚ ਹੀ ਆ। ਕਿਉਂ ਕਵਿਤਾਵਾਂ ਦੇ ਵਿੱਚ ਆ? ਪਤਾ ਕਦੇ ਸੋਚਿਆ ਕਦੇ ਨਹੀਂ ਸੋਚਿਆ ਨਾ। ਕਾਰਨ ਇਹ ਆ ਕਿ ਕਵਿਤਾ ਦੇ ਰੂਪ ਵਿੱਚ ਸਾਨੂੰ ਯਾਦ ਕਰਨਾ ਸੌਖਾ ਹੋ ਜਾਂਦਾ। ਪੁਰਾਣੇ ਜ਼ਮਾਨੇ ਦੇ ਵਿੱਚ ਲਿਖਤੀ ਰੂਪ ਘੱਟ ਮਿਲਦੇ ਹੁੰਦੇ ਸੀਗੇ। ਯਾਦ ਕਰਨ ਦੇ ਵਾਸਤੇ ਸਾਡੇ ਸਾਰਿਆਂ ਕਵੀਆਂ, ਫਕੀਰਾਂ, ਬਾਬਿਆਂ ਨੂੰ, ਗੁਰੂਆਂ ਨੂੰ ਪਤਾ ਹੁੰਦਾ ਸੀ ਕਿ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਦੇ ਵਿੱਚ
ਲੋਕ ਗੀਤ ਆ, ਮੰਨ ਲਓ ਲੋਕ ਗੀਤ ਕਿਵੇਂ ਚੇਂਜ ਹੋ ਕੇ ਆਏ ਨੇ, ਕਿਵੇਂ ਇੱਕ ਸਟੇਬਿਲਿਟੀ ਆਈ ਹੋਈ ਆ ਕਿ ਹਮੇਸ਼ਾ ਹੀ ਯੁਗਾਂ ਯੁਗਾਂ ਤੋਂ ਚੱਲਦੇ ਆਏ ਨੇ। ਤੇ ਜੇ ਉਹ ਵਾਰਤਕ ਵਿੱਚ ਹੁੰਦੇ ਹੋ ਸਕਦਾ ਸਾਨੂੰ ਯਾਦ ਹੀ ਨਾ ਹੁੰਦੇ। ਜਿਹੜੇ ਕੁਰਾਨ ਸ਼ਰੀਫ ਪੜ੍ਹਦੇ ਨੇ, ਜਿਨ੍ਹਾਂ ਨੂੰ ਜ਼ੁਬਾਨੀ ਕੁਰਾਨ ਸ਼ਰੀਫ ਯਾਦ ਹੁੰਦਾ, ਉਹਨਾਂ ਨੂੰ ਹਾਫਿਜ਼ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਤਾਂ ਕਿ ਉਹ ਆਪ ਪੜ੍ਹ ਕੇ ਆਪਣੀ ਅਗਲੀ ਪੀੜ੍ਹੀ ਨੂੰ ਵੀ ਯਾਦ ਕਰਾ ਸਕਣ, ਜਿਵੇਂ ਸ਼ਾਹ ਹੁਸੈਨ ਜੀ ਹਾਫਿਜ਼ ਸੀਗੇ। ਤੇ ਅਗਲੀ ਗੱਲ ਹੈ ਕਿ ਕੋਸ਼ਿਸ਼ ਕਰੋ ਲੋਕ ਕੇ ਪੜ੍ਹਨ ਦੇ ਨਾਲੋਂ ਸਾਹਮਣੇ ਹੋ ਕੇ ਚਰਚਾ ਕਰੋ। ਜਿਹੜੇ ਕਲਮ ਇਕੱਲੇ ਬਹਿ ਬਹਿ ਪੜ੍ਹਦੇ ਆ ਨਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤੀਆਂ ਊਣਤਾਈਆਂ ਹੁੰਦੀਆਂ। ਊਣਤਾਈਆਂ ਤਾਂ ਹੁੰਦੀਆਂ ਕਿਉਂਕਿ ਉਹ ਚਰਚਾ ਕਰਨ ਦੇ ਯੋਗ ਨਹੀਂ ਹੁੰਦੇ। ਅਗਲੀ ਗੱਲ ਇਹ ਆ ਕਿ ਕਈ ਕਨਸੈਪਟ ਉਹਨਾਂ ਨੂੰ ਕਲੀਅਰ ਨਹੀਂ ਹੁੰਦੇ। ਸਾਨੂੰ ਲੱਗਦਾ ਕਿ ਜਿਹੜਾ ਜ਼ਿਆਦਾ ਇਕੱਲਾ ਬਹਿ ਕੇ ਪੜ੍ਹਦਾ ਉਹ ਖਰਿਆ ਜ਼ਿਆਦਾ ਪੜ੍ਹਦਾ, ਇੱਦਾਂ ਕਦੇ ਨਹੀਂ ਹੁੰਦਾ। ਉਹ ਸਿੱਖਦਾ ਵੀ ਸਭ ਤੋਂ ਘੱਟ ਆ। ਜਿਹੜਾ ਸਾਹਮਣੇ ਹੋ ਕੇ ਚਰਚਾ ਕਰਨ ਦੀ ਯੋਗਤਾ ਰੱਖਦਾ ਆ, ਉਹ ਦਰਅਸਲ ਬਾਕੀ ਆਮ ਸਧਾਰਨ ਸਟੂਡੈਂਟ ਦੇ ਨਾਲੋਂ ਜ਼ਿਆਦਾ ਸਿੱਖਦਾ ਆ। ਤੇ ਨਿਰੰਤਰ ਤੇ ਇੱਕ ਨਿਸ਼ਚਿਤ ਸਮੇਂ ਤੇ ਪੜ੍ਹਨ ਦੇ ਨਾਲ ਦਿਮਾਗ ਸੈੱਟ ਹੋ ਜਾਂਦਾ। ਹੁਣ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਆ, ਸਾਡੇ ਸਿਆਣੇ ਕਹਿੰਦੇ ਸੀਗੇ ਕਿ ਸਵੇਰ ਦੇ ਟਾਈਮ ਪੜ੍ਹੋ। ਠੀਕ ਹੈ ਜੀ, ਅਜੋਕਾ ਸਮਾਂ ਆ ਗਿਆ ਆ। ਇਹ ਹੁਣ ਕੋਈ ਨਿਸ਼ਚਿਤ ਤਾਂ ਨਹੀਂ ਰਿਹਾ ਕਿ ਸਵੇਰ ਦੇ ਟਾਈਮ ਹੀ ਪੜ੍ਹਨਾ ਆ। ਜਦੋਂ ਤੁਹਾਡਾ ਮਨ ਕਰਦਾ ਆ, ਜਦੋਂ ਤੁਸੀਂ ਪੂਰੀ ਪੜ੍ਹਨ ਦੀ ਅਵਸਥਾ ਦੇ ਵਿੱਚ ਆ ਜਾਂਦੇ ਹੋ, ਤੁਸੀਂ ਉਦੋਂ ਪੜ੍ਹੋ। ਜਿਸ ਥਾਂ 'ਤੇ ਤੁਹਾਨੂੰ ਪੜ੍ਹਨਾ ਸਟੇਬਲ ਲੱਗਦਾ ਆ, ਤੁਸੀਂ ਉਸ ਥਾਂ 'ਤੇ ਬਹਿ ਕੇ ਪੜ੍ਹੋ। ਜ਼ਰੂਰੀ ਥੋੜ੍ਹੀ ਆ ਕਿ ਆਪਾਂ ਸਪੈਸ਼ਲ ਮੇਜ਼ ਕੁਰਸੀ ਲਾ ਕੇ ਪੜ੍ਹਨਾ ਆ। ਜਿੱਥੇ ਤੁਹਾਨੂੰ ਲੱਗਦਾ, ਜਿਵੇਂ ਤੁਹਾਨੂੰ ਲੱਗਦਾ ਆ, ਉਸ ਤਰ੍ਹਾਂ ਪੜ੍ਹੋ। ਪਰ ਸਿਆਣਿਆਂ ਦੀਆਂ ਗੱਲਾਂ ਨੂੰ ਆਪਾਂ ਕੋਡ ਜ਼ਰੂਰ ਕਰ ਲਈਏ। ਹੁਣ ਸਿਆਣੇ ਕਹਿੰਦੇ ਸੀਗੇ ਕਿ ਸਵੇਰ ਨੂੰ ਸਵਖਤੇ ਪੜ੍ਹੋ। ਕਾਰਨ ਕੀ ਸੀਗਾ? ਪਹਿਲੀ ਗੱਲ ਤਾਂ ਸਵੇਰ ਦਾ ਵਾਤਾਵਰਨ ਜਿਹੜਾ ਆ ਉਹ ਬੜਾ ਸ਼ਾਂਤ ਹੁੰਦਾ ਆ। ਦੂਜੀ ਗੱਲ ਕਿ ਸਵੇਰ ਦੇ ਵੇਲੇ ਅਸੀਂ ਰੀਫਰੈਸ਼ ਹੁੰਦੇ ਆ, ਕਿਉਂਕਿ ਸੁੱਤੇ ਉੱਠ ਕੇ ਸਵੇਰ ਨੂੰ ਪੜ੍ਹਨਾ ਹੁੰਦਾ ਆ ਤਾਂ ਸਾਡਾ ਮਾਈਂਡ ਫਰੈਸ਼ ਹੁੰਦਾ, ਪੂਰਾ ਤਰੋ ਤਾਜ਼ਾ ਹੁੰਦਾ। ਠੀਕ ਹੈ ਜੀ। ਫਿਰ ਸਵੇਰ ਦਾ ਜਿਹੜਾ ਆਲਾ ਦੁਆਲਾ ਆ, ਜਿੱਥੇ ਉਹ ਸ਼ਾਂਤ ਹੁੰਦਾ, ਉੱਥੇ ਸ਼ੁੱਧ ਵੀ ਹੁੰਦਾ ਆ। ਰਾਤ ਭਰ ਦਾ ਜੋ ਮਾਹੌਲ ਹੁੰਦਾ ਆ, ਉਹ ਇਨਵਾਇਰਮੈਂਟ ਨੂੰ, ਉਹ ਸਾਡੇ ਵਾਤਾਵਰਨ ਨੂੰ ਸ਼ੁੱਧ ਕਰ ਦਿੰਦਾ। ਰੁੱਖ ਜਿਹੜੇ ਨੇ ਆਕਸੀਜਨ ਦੇ ਕੇ, ਸਾਰੇ ਰੁੱਖ ਬੇਸ਼ੱਕ ਆਕਸੀਜਨ ਨਹੀਂ ਦਿੰਦੇ, ਪਿੱਪਲ ਵਰਗੇ ਜਿਹੜੇ ਹਜ਼ਾਰਾਂ ਗੁਣਾ ਆਕਸੀਜਨ ਦਿੰਦੇ ਨੇ, ਉਹ ਰੁੱਖ ਜਿਹੜੇ ਨੇ ਰਾਤ ਭਰ ਵਾਤਾਵਰਨ ਨੂੰ ਸਟੇਬਲ ਇੱਕ ਲੈਵਲ 'ਤੇ ਲੈ ਆਉਂਦੇ ਆ। ਇਸ ਕਰਕੇ ਸਾਡੇ ਵੱਡੇ ਵਡੇਰੇ ਕਹਿੰਦੇ ਸੀਗੇ ਕਿ ਸਵੇਰੇ ਸਵਖਤੇ ਪੜ੍ਹੋ। ਬਾਕੀ ਤੁਹਾਨੂੰ ਕੋਈ ਇੱਦਾਂ ਦੀ ਬੰਦਿਸ਼ ਨਹੀਂ ਹੈਗੀ। ਜਿਹੜਾ ਟਾਈਮ, ਜਿਹੜਾ ਸਥਾਨ ਤੁਹਾਡੇ ਵਾਸਤੇ ਬੈਸਟ ਆ, ਤੁਸੀਂ ਉੱਥੇ ਪੜ੍ਹੋ। ਪਰ ਇੱਕ ਵਾਅਦਾ ਜ਼ਰੂਰ ਕਰੋ ਕਿ ਟਾਈਮ ਜ਼ਰੂਰ ਨਿਸ਼ਚਿਤ ਕਰ ਲਵੋ, ਇੱਕੋ ਟਾਈਮ। ਉਹਦੇ ਨਾਲ ਕੀ ਹੋਊਗਾ ਕਿ ਤੁਹਾਡਾ ਪੜ੍ਹਨ ਦੇ ਨਾਲ ਨਾਲ ਤੁਹਾਡਾ ਦਿਮਾਗ ਵੀ ਸੈੱਟ ਹੋ ਜਾਊਗਾ, ਮਾਈਂਡ ਸੈੱਟ ਹੋ ਜਾਊਗਾ ਕਿ ਤੁਸੀਂ ਉਸ ਟਾਈਮ ਪੜ੍ਹੋਗੇ ਤਾਂ ਤੁਹਾਨੂੰ ਉਹੀ ਗੱਲਾਂ ਵਾਰ-ਵਾਰ ਤੁਹਾਡੇ ਜ਼ਿਹਨ 'ਚ ਆਉਣਗੀਆਂ। ਜਦੋਂ ਆਪਾਂ ਟਾਈਮ ਚੇਂਜ ਕਰਦੇ ਰਹਿੰਦੇ ਹਾਂ ਤਾਂ ਉਸ ਵੇਲੇ ਸਾਡੇ ਦਿਮਾਗ ਦੇ ਵਿੱਚ ਕੁਝ ਹੋਰ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਤੇ ਅਸੀਂ ਕਿਤਾਬ ਉਹਦੇ ਰੱਖ ਕੇ ਬੈਠੇ ਹੁੰਦੇ ਹਾਂ। ਫਿਰ ਕੋਈ ਲੋੜ ਨਹੀਂ ਪੜ੍ਹਨ ਦੀ, ਕਿਉਂਕਿ ਫਿਰ ਯਾਦ ਹੀ ਨਹੀਂ ਹੋਣਾ। ਅਗਲੀ ਗੱਲ, ਘੋਟਾ ਨਾ ਲਾਓ। ਘੋਟਾ ਲਾਉਣ ਦਾ ਕੀ ਮਤਲਬ ਹੁੰਦਾ? ਆਪਾਂ ਕਹਿੰਦੇ ਕਿ ਵਾਰ-ਵਾਰ ਪੜ੍ਹਨ ਦੇ ਨਾਲ ਚੀਜ਼ ਯਾਦ ਹੋ ਜਾਂਦੀ ਆ। ਇਹਨੂੰ ਘੋਟਾ ਨਹੀਂ ਕਹਿੰਦੇ। ਘੋਟਾ ਹੁੰਦਾ ਕਿ ਤੁਸੀਂ ਪੜ੍ਹੀ ਜਾ ਰਹੇ ਹੋ ਪਰ ਤੁਹਾਡਾ ਧਿਆਨ ਨਹੀਂ ਉੱਥੇ, ਉਹਨੂੰ ਘੋਟਾ ਕਹਿੰਦੇ ਆ। ਵਾਰ-ਵਾਰ ਤਾਂ ਪੜ੍ਹੋ ਜੇ ਤੁਹਾਡਾ ਧਿਆਨ ਉੱਥੇ ਆ, ਜੇ ਤੁਸੀਂ ਆਪ ਉੱਥੇ ਹੈਗੇ ਹੋ। ਉੱਦਾਂ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ। ਵਾਰ-ਵਾਰ ਨਾ ਯਾਦ ਹੋਣਾ ਆ ਤੇ ਨਾ ਹੀ ਤੁਸੀਂ ਅਗਾਂਹ ਕਿਤੇ ਅਪਲਾਈ ਕਰ ਸਕਦੇ ਹੋ। ਤੇ ਕੋਸ਼ਿਸ਼ ਕਰੋ ਕਿ ਉਹਨੂੰ ਰੋਮਾਂਚਕ ਢੰਗ ਦੇ ਨਾਲ ਪੜ੍ਹੋ। ਜਿਵੇਂ ਆਪਾਂ ਕੋਈ ਕਹਾਣੀ ਵੇਖਦੇ ਹਾਂ, ਕੋਈ ਫਿਲਮ ਵੇਖਦੇ ਹਾਂ, ਕੋਈ ਸੀਨ ਵੇਖਦੇ ਹਾਂ ਤੇ ਉਹ ਸੀਨ ਵੇਖ ਕੇ ਸਾਨੂੰ ਸਾਰਾ ਕੁਝ ਯਾਦ ਹੋ ਜਾਂਦਾ ਆ। ਤੁਹਾਨੂੰ ਹੁਣ ਤੁਸੀਂ ਸਕਰੀਨ 'ਤੇ ਇੱਕ ਸੀਨ ਵੇਖ ਰਹੇ ਹੋ, ਇੱਕ ਬੰਦਾ ਆ, ਇੱਕ ਫਿਲਮ ਦਾ ਸੀਨ ਆ, RRR ਜਿਹੜੀ ਆਈ ਹੋਈ ਆ, ਉਹਦੀ ਹੁਣ ਲੱਤ ਨਹੀਂ ਕੰਮ ਕਰ ਰਹੀ, ਉਹ ਤੁਰ ਫਿਰ ਨਹੀਂ ਸਕਦਾ। ਤਾਂ ਤੁਸੀਂ ਵੇਖੋ ਕਿ ਉਹ ਐਕਸਰਸਾਈਜ਼ ਕਰ ਰਿਹਾ। ਕਿਉਂ ਕਰ ਰਿਹਾ? ਕਿਉਂਕਿ ਉਹਨੂੰ ਪਤਾ ਆ ਕਿ ਮੇਰੀਆਂ ਲੱਤਾਂ ਨਹੀਂ ਕੰਮ ਕਰ ਰਹੀਆਂ ਹੈਗੀਆਂ, ਪਰ ਬਾਹਾਂ ਹੈਗੀਆਂ ਨੇ, ਚੰਗੀਆਂ ਭਲੀਆਂ ਨੇ। ਕਿਉਂ ਨਾ? ਜਿਹੜਾ ਮੇਰਾ ਵੀਕ ਪੁਆਇੰਟ ਆ, ਜਿਹੜਾ ਮੈਨੂੰ ਬਿਲਕੁਲ ਹੀ ਨਹੀਂ ਆ ਸਕਦਾ, ਮੰਨ ਲਓ ਕਿ ਮੈਥਮੈਟਿਕਸ ਆ, ਸਾਨੂੰ ਬਿਲਕੁਲ ਹੀ ਪਸੰਦ ਨਹੀਂ, ਇਹਦਾ ਮਤਲਬ ਇਹ ਥੋੜ੍ਹੀ ਆ ਕਿ ਆਪਾਂ ਬਾਕੀ ਚੀਜ਼ਾਂ ਵੀ ਛੱਡ ਦਈਏ। ਜੇ ਮੈਥਮੈਟਿਕਸ ਵੱਲੋਂ ਵੀਕ ਹੋ ਤਾਂ ਤੁਸੀਂ ਬਾਕੀ ਵੱਲ ਇੰਨੇ ਕੁ ਮਜ਼ਬੂਤ ਹੋ ਜਾਓ ਕਿ ਤੁਸੀਂ ਕਿਤੇ ਵੀ ਰਹਿ ਨਾ ਸਕੋ, ਸਫਲ ਹੋ ਜਾਵੋ। ਹੁਣ ਇਹ ਬੰਦਾ ਆਪਣੀ ਐਕਸਰਸਾਈਜ਼ ਨਾਲ ਆਪਣੀਆਂ ਬਾਹਾਂ ਨੂੰ ਇੰਨਾ ਕੁ ਮਜ਼ਬੂਤ ਕਰ ਲੈਂਦਾ ਆ ਕਿ ਜੋ ਵੀ ਮੁਸ਼ਕਲਾਂ ਆਉਂਦੀਆਂ ਨੇ ਉਹ ਆਪਣੀਆਂ ਬਾਹਾਂ ਦੇ ਨਾਲ ਹੀ ਹੱਲ ਕਰ ਲੈਂਦਾ। ਲੱਤਾਂ ਦੀ ਲੋੜ ਨਹੀਂ ਪੈਂਦੀ ਚੱਲਣ ਵਿੱਚ ਵੀ ਤੇ ਬਾਕੀ ਕੰਮ ਕਰਨ 'ਚ ਵੀ। ਠੀਕ ਹੈ ਜੀ। ਇਸ ਤਰ੍ਹਾਂ ਵੀ ਆਪਾਂ ਨੁਕਤਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਵਾਂਗੇ ਤਾਂ ਚੰਗੀ ਤਰ੍ਹਾਂ ਸਿੱਖ ਸਕਾਂਗੇ।
ਤੇ ਕੋਡ ਤੇ ਡੀਕੋਡ ਕਰਦੇ ਰਹੋ ਨੁਕਤਿਆਂ ਨੂੰ, ਆਪਣੀ ਪੜ੍ਹਾਈ ਨੂੰ। ਕਿਤੇ ਕਿਤੇ ਤੁਸੀਂ ਕਿਸੇ ਵਿਚਾਰ ਦੀ, ਕਿਸੇ ਵਿਦਵਾਨ ਦੇ ਵਿਚਾਰਾਂ ਦੀ ਜਿਹੜੀ ਕੋਡਿੰਗ ਆ ਉਹਨੂੰ ਡੀਕੋਡ ਕਰੋ, ਕਿਤੇ ਆਪਣੀਆਂ ਗੱਲਾਂ ਨੂੰ ਕੋਡ ਕਰਕੇ ਲਿਖ ਲਵੋ ਤਾਂ ਕਿ ਤੁਹਾਨੂੰ ਯਾਦ ਹੋ ਜਾਵੇ ਤੁਸੀਂ ਯਾਦ ਕਿਵੇਂ ਕਰਨਾ ਆ। ਤੇ ਮੁੱਕਦੀ ਗੱਲ, ਸਾਡੇ ਕੋਲ ਚਾਣਕਿਆ ਹੋਏ ਨੇ ਚੰਦਰਗੁਪਤ ਮੌਰੀਆ ਦੇ ਗੁਰੂ। ਉਹ ਕਹਿੰਦੇ ਕਿ ਵਿਦਿਆਰਥੀ ਕਿਤੇ ਸੁੱਤਾ ਮਿਲੇ ਨਾ ਤਾਂ ਉਹਨੂੰ ਜਗਾ ਦਿਓ, ਕਿਉਂਕਿ ਵਿਦਿਆਰਥੀ ਦਾ ਕੰਮ ਸੌਣਾ ਨਹੀਂ ਹੈਗਾ, ਇਹਦਾ ਕੰਮ ਪੜ੍ਹਨਾ ਆ। ਤੇ ਇਸ ਕਰਕੇ ਆਪਣਾ ਕੰਮ ਵੀ ਇਹੀ ਆ। ਤੇ ਜੇ ਆਪਾਂ ਹਾਂ ਵਿਦਿਆਰਥੀ ਤਾਂ ਇਹ ਮਾਣ ਨਾਲ ਕਹੋ, Yes, I am student. ਠੀਕ ਹੈ ਜੀ, ਮਾਣ ਨਾਲ ਕਹੋ ਆਪਣੇ ਆਪ ਨੂੰ। ਤੇ ਅਗਲੀ ਗੱਲ, ਮੁੱਕਦੀਆਂ ਗੱਲਾਂ, ਜਦੋਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਯਾਦ ਨਹੀਂ ਹੋ ਰਿਹਾ, ਅਸੀਂ ਨਿਰੰਤਰ ਪੜ੍ਹ ਰਹੇ ਹਾਂ, ਤਾਂ ਇੱਕ ਗੱਲ ਆਪਣੇ ਜ਼ਿਹਨ ਦੇ ਵਿੱਚ ਬਿਠਾ ਲਓ, ਇਹ ਇੱਕ ਮਨੋਵਿਗਿਆਨਕ ਕਾਰਕ ਆ ਜਿਹਦੇ ਨਾਲ ਤੁਹਾਨੂੰ ਯਾਦ ਸਾਰਾ ਕੁਝ ਹੋ ਰਿਹਾ ਹੁੰਦਾ। ਜਦੋਂ ਤੁਸੀਂ ਕੋਈ ਪ੍ਰਸ਼ਨ ਵੇਖੋਗੇ ਆਪਣੇ ਜੋ ਯਾਦ ਕੀਤਾ ਉਹਦੇ ਨਾਲ ਸੰਬੰਧਿਤ, ਤਾਂ ਤੁਹਾਨੂੰ ਆਪਣੇ ਆਪ ਹੀ ਉਹਦਾ ਜਵਾਬ ਯਾਦ ਆ ਜਾਣਾ ਆ, ਕਿਉਂਕਿ ਤੁਹਾਡਾ ਮਾਈਂਡ ਜਿਹੜਾ ਆ ਸਿਗਮੰਡ ਫਰਾਇਡ ਦੇ ਅਨੁਸਾਰ 3 ਅਵਸਥਾਵਾਂ ਦੇ ਵਿੱਚ ਰਹਿੰਦਾ ਆ। ਪਹਿਲੀ ਚੇਤਨ, ਦੂਜੀ ਅਵਚੇਤਨ, ਤੀਜੀ ਅਚੇਤ। ਹੁਣ ਜਦੋਂ ਆਪਾਂ ਆਹ ਗੱਲਾਂ ਕਰ ਰਹੇ ਹਾਂ ਤਾਂ ਅਸੀਂ ਚੇਤਨ ਮਨ ਨਾਲ ਗੱਲਾਂ ਕਰ ਰਹੇ ਹਾਂ, ਪਰ ਗੱਲਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਨੇ ਅਵਚੇਤਨ ਵਿੱਚ ਪਈਆਂ, ਜੋ ਆਪਾਂ ਕੱਲ ਪੜ੍ਹਿਆ ਸੀਗਾ, ਜੋ ਆਪਾਂ ਕੱਲ ਕੀਤਾ ਸੀ। ਜਦੋਂ ਆਪਾਂ ਉਹਦੀ ਗੱਲ ਕਰਾਂਗੇ ਤਾਂ ਸਾਡਾ ਅਵਚੇਤਨ ਆਪਣੇ ਆਪ ਜਾਗ ਪੈਣਾ ਆ। ਅਚੇਤ ਕਦੋਂ ਜਾਗਦਾ ਆ? ਜਦੋਂ ਕੋਈ ਬਹੁਤ ਪੁਰਾਣੀ ਚੀਜ਼ ਹੋਵੇ ਤੇ ਸਾਨੂੰ ਕੋਈ ਯਾਦ ਕਰਾ ਦੇਵੇ। ਮੰਨ ਲਓ ਕਿ ਪੇਪਰ ਦੇ ਵਿੱਚ ਕੋਈ ਪ੍ਰਸ਼ਨ ਆਇਆ ਭਗਤ ਕਬੀਰ ਜੀ ਨਾਲ ਸੰਬੰਧਿਤ, ਸਾਡੇ ਅਚੇਤ ਵਿੱਚ ਪਿਆ ਆ, ਜਦੋਂ ਕਿਸੇ ਮਾੜਾ ਜਿਹਾ ਉਹਨੂੰ ਟਣਕਾਇਆ ਤਾਂ ਸਾਨੂੰ ਯਾਦ ਆ ਜਾਣਾ। ਇਸ ਕਰਕੇ ਇਹ ਭਰਮ ਬਿਲਕੁਲ ਤਿਆਗ ਦਿਓ ਕਿ ਤੁਹਾਨੂੰ ਯਾਦ ਨਹੀਂ ਹੁੰਦਾ, ਤੁਹਾਨੂੰ ਯਾਦ ਹੋ ਰਿਹਾ ਆ, ਇਹ ਤੁਸੀਂ ਯਕੀਨ ਕਰੋ। ਤੇ ਵੱਡੀ ਗੱਲ ਇਹ ਆ ਕਿ ਆਪਣੇ ਆਪ ਤੇ ਯਕੀਨ ਕਰੋ। ਜਦੋਂ ਆਪਣੇ ਆਪ ਤੇ ਯਕੀਨ ਹੋ ਗਿਆ ਫਿਰ ਤੁਸੀਂ ਸਫਲ ਹੋ। ਮੈਨੂੰ ਦਿਓ ਇਜਾਜ਼ਤ, ਜੇ ਤੁਹਾਡਾ ਕੋਈ ਹੋਰ ਵੀ ਪ੍ਰਸ਼ਨ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਚੜ੍ਹਦੀ ਕਲਾ ਵਿੱਚ ਰਹੋ। ਸਤਿ ਸ੍ਰੀ ਅਕਾਲ।